ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇਨ ਫੋਕਸ ਦੇ ਵਿੱਚ। ਮੈਂ ਹਾਂ ਰੁਪਿੰਦਰ ਕੌਰ। 13 ਮਹੀਨਿਆਂ ਦੀ ਗੱਲਬਾਤ ਤੋਂ ਬਾਅਦ ਆਖਿਰਕਾਰ ਨਾਫਟਾ ਸੰਬੰਧੀ ਨਤੀਜੇ ਸਾਹਮਣੇ ਆਏ। ਨਵਾਂ ਨਾਂ ਦਿੱਤਾ ਗਿਆ ਹੈ USMCA यानी यूनाइटेड स्टेट्स मैक्सीको कैनेडा एग्रीमेंट। बेशक फ्री ट्रेड वर्ड हटा लिया गया है, पर इस नवे एग्रीमेंट नाल की कैनेडियंस नूं फायदा होएगा? की कैनेडा किसी होर कंट्री नाल ट्रेड करन विच सौखा हो पाएगा? अजिहे ही कुछ सवालों के जवाब लई अज साडे नाल दो माहर स्टूडियो विच मौजूद ने, सतपाल जौहल जी ते निर्मल ढींडसा जी। सत श्री अकाल, स्वागत है तुहाडा। मेहरबानी, थैंक यू जी। ढींडसा जी, तुहाडे तो शुरू करांगे। एक नवां नां दिता गया है, फ्री ट्रेड वर्ड हटा लिया गया है। इस पूरी डील नूं तुसीं किस तरह देखते हो? कैनेडियंस दे हक विच है? देखो, ये डिपेंड करता तुसीं किहदे नाल गल करदे हो, पर एक गल वन थिंग इज़ फॉर श्योर, क्योंकि जिहड़ी कनेडा अमरीका ते मैक्सीको की मार्केट बहुत बड़ी है एंड उहदे करके इट वाज वेरी वेरी इंपॉर्टेंट एंड क्योंकि इट इज़ दोनों कंट्रियां दी इकोनॉमीज़ इंटीग्रेटेड है। ਹੁਣ ਜਿਹੜਾ ਕੈਨੇਡਾ ਤੇ ਅਮਰੀਕਾ ਦਾ ਇਕੱਲਾ ਹੀ ਜਿਹੜਾ ਟ੍ਰੇਡ ਹੈ 1.4 ਟ੍ਰਿਲੀਅਨ ਡਾਲਰ ਦਾ ਟ੍ਰੇਡ ਹੈ। 2/3 ਜਿਹੜੀਆਂ ਸਟੇਟਸ ਹੈ ਅਮਰੀਕਾ ਦੀਆਂ ਉਹ ਕੈਨੇਡਾ ਦੇ ਨਾਲ ਲੱਗਦੀਆਂ ਔਰ ਉਹਨਾਂ ਦਾ ਇੰਟੀਗ੍ਰੇਟਡ ਟ੍ਰੇਡ ਹੈ। ਤੁਸੀਂ ਦੇਖੋ ਕਿ ਇੱਦਾਂ ਇੰਨਾ ਇੰਟੀਗ੍ਰੇਟਡ ਹੈ ਕਿ ਦੋਨਾਂ ਕੰਟਰੀਆਂ ਦਾ ਲੈਂਗੁਏਜ ਵੀ ਇੱਕ ਆ, ਕਲਚਰ ਵੀ ਇੱਕ ਆ, ਫਿਰ ਪੋਲੀਟੀਕਲ ਸਿਸਟਮ ਇੱਕ ਇੱਕੋ ਜਿਹਾ, ਲੀਗਲ ਸਿਸਟਮ ਇੱਕੋ ਜਿਹਾ, ਕੋਰਟ ਸਿਸਟਮ ਸਾਰਾ ਇੱਕੋ ਜਿਹਾ। ਸੋ ਉਸ ਇਸ ਸੰਦਰਭ ਵਿੱਚ ਜੇ ਨੈਫਟਾ ਨਾ ਹੁੰਦਾ तो मेरा ख्याल है भी काफ़ी नुकसान होना सी, खास तौर पर कनेडा का ज़्यादा नुकसान होना सी अमरीका नालों। अमरीका का भी होना सी, जिहदे करके इसी करके ट्रंप फोर्स किया गया ट्रंप नूं नैगोशिएट करने लई कनेडा दे नाल, क्योंकि उत्थे दी कांग्रेस ने भी ये कहता सी, स्पैशली डेमोक्रेटिक पार्टी ने कहता सी कि असीं जिन्ना चਿਰ कनेडा इहदे च पार्टिसिपेट नहीं करता उन्ना चਿਰ असीं इहनूं एंटरटेन नहीं करना। सो आई थिंक इट्स अ गुड थिंग नैफ्टा हो गया। बाकी रहा ਜਿਹੜੇ ਡਿਪੈਂਡ ਕਰਦਾ ਤੁਸੀਂ ਕਿਹਦੇ ਨਾਲ ਗੱਲ ਕਰਦੇ ਹੋ, ਉਹਦੀ ਜਾਂ ਚੀਰ ਫੜ ਕਰਦੇ ਆ, ਨੈਗੇਟਿਵ ਪੁਆਇੰਟ, ਪੋਜ਼ਿਟਿਵ ਪੁਆਇੰਟ, ਇਟਸ ਪਾਰਟ ਆਫ ਦੀ ਗੇਮ। जी जौहल जी, ਅਸੀਂ ਕੋਸ਼ਿਸ਼ ਕਰਾਂਗੇ ਕਿ ਵੱਖ-ਵੱਖ ਪਹਿਲੂਆਂ ਤੇ ਗੱਲ ਕਰੀਏ, ਪਰ ਜਿਵੇਂ ਕਿਹਾ ਜਾ ਰਿਹਾ ਸੀ ਇਟਸ ਅ ਵਿਨ 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 ਡੀਲ, ਤੁਸੀਂ ਮੰਨਦੇ ਹੋ ਇਟਸ ਅ ਵਿਨ ਡੀਲ? नहीं, आई थिंक भी यह नैगोशिएटेड डील है, क्योंकि फ्री ट्रेड पहली गल लगता सी इलैक्शन कंपेन दे विच ही भी डोनल्ड ट्रंप साहब ये हक विच है ही नहीं, वो चाहते नहीं फ्री डील। वो चाहते आ भी इस तरह की डील होवे जिहदे विच बाय अमेरिका नूं इनकरेज किया जा सके। सो हुण आपां देखिया भी प्रोक्योरमेंट ਨੂੰ ਜੇ ਆਪਾਂ ਦੇਖ ਲਈ ਜਿਹੜੀ ਨਵੀਂ ਡੀਲ ਹੋਈ ਆ ਉਹਦੇ ਵਿੱਚ ਕੈਨੇਡਾ ਨੂੰ ਕੋਈ ਚਾਂਸ ਨਹੀਂ ਦਿੱਤਾ ਗਿਆ। ਸੋ ਉਹ ਚਾਹੁੰਦੇ ਇਹ ਆ ਵੀ ਅਮਰੀਕਾ ਦੇ ਵਿੱਚ ਹੀ ਪ੍ਰੋਡਕਸ਼ਨ ਹੋਵੇ ਤੇ ਉਹਦੀ ਜਿਹੜੀ ਮਾਰਕੀਟ ਆ ਕੈਨੇਡਾ ਜਾਂ ਮੈਕਸੀਕੋ ਜਾਂ ਆਲ ਅਦਰ ਕੰਟਰੀਜ਼ ਹੋਵੇ। ਸੋ ਪੁੱਟ ਅਮਰੀਕਾ ਫਸਟ। ਸੋ ਉਹ ਨਹੀਂ ਇੱਕ ਤਰੀਕੇ ਦੇ ਨਾਲ ਕੈਨੇਡਾ ਨੂੰ ਕਿਸੇ ਵੀ ਤਰੀਕੇ ਦਾ ਉਹਨਾਂ ਨੇ ਬਿਜ਼ਨਸ ਆਪਣਾ ਉੱਥੇ ਪ੍ਰਮੋਟ ਕਰਨ ਦੇ ਲਈ ਜਾਂ ਪ੍ਰੋਡਕਸ਼ਨ ਦੇ ਤੌਰ ਤੇ ਉੱਥੇ ਆਪਣੇ ਪੈਰ ਜਮਾਉਣ ਦਾ ਮੌਕਾ ਇਸ ਡੀਲ ਦੇ ਵਿੱਚ ਦਿੱਤਾ। ਸੋ ਜਿਸ ਕਰਕੇ ਲੱਗਦਾ ਆ ਜੀ ਵੀ ਇਹਦੇ ਵਿੱਚ ਜਿਹੜੀ ਸਿਚੁਏਸ਼ਨ ਹੁਣ ਸਾਹਮਣੇ ਆ ਰਹੀ ਆ ਵੀ ਜੇ ਵਿਨ ਵਿਨ ਸਿਚੁਏਸ਼ਨ ਹੈਗੀ ਆ ਤੇ ਇਹ USA ਵਾਸਤੇ ਸਭ ਤੋਂ ਵੱਡੀ ਹੈ, ਭਾਵੇਂ ਆਪਾਂ ਇਹ ਮੈਕਸੀਕੋ ਦੇ ਸੰਦਰਭ ਵਿੱਚ ਗੱਲ ਕਰ ਲਈਏ ਤੇ ਭਾਵੇਂ ਕੈਨੇਡਾ ਦੇ ਸੰਦਰਭ ਵਿੱਚ ਗੱਲ ਕਰ ਲਈਏ। ਜੀ, ਜਿਵੇਂ ਅਸੀਂ ਦੇਖ ਰਹੇ ਸੀ ਪਹਿਲਾਂ ਕੈਨੇਡਾ ਚਾਹੁੰਦਾ ਸੀ ਕਿ ਚੈਪਟਰ 19 ਨੂੰ ਬਚਾਇਆ ਜਾਏ, ਜਿਹਦੇ ਨਾਲ ਅੱਗੇ ਚੱਲ ਕੇ ਜੇ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਉਸ ਵਿੱਚ ਨੈਗੋਸ਼ੀਏਟ ਕਰ ਸਕਦੇ ਹਾਂ। ਚੈਪਟਰ 19 ਨੂੰ ਤਾਂ ਬੇਸ਼ੱਕ ਬਚਾ ਲਿਆ ਗਿਆ, ਪਰ ਡੇਰੀ ਐਕਸੈਸ ਦਾ ਜਿਹੜਾ ਜ਼ਿਆਦਾ ਐਕਸੈਸ US ਨੂੰ ਦੇ ਦਿੱਤਾ ਗਿਆ, ਉਹ ਕਿਤੇ ਨੁਕਸਾਨ ਹੋਏਗਾ ਕੈਨੇਡਾ ਲਈ? ਬਿਲਕੁਲ ਤੁਸੀਂ ਠੀਕ ਆਖਿਆ। ਸਿਚੁਏਸ਼ਨ ਇਹ ਸੀ ਜੀ ਕਿ ਟਰੰਪ ਦੀ ਤਾਂ ਮਿਡ ਟਰਮ ਨਵੰਬਰ 6 ਨੂੰ ਇਲੈਕਸ਼ਨ ਹੋ ਰਹੀ ਹੈ। ਉਹ ਇਹ ਸ਼ੋਅ ਕਰਨਾ ਚਾਹੁੰਦਾ ਸੀ ਕਿ ਮੈਂ ਵਿਨ ਕੀਤਾ। ਇਹਦੇ ਟਰੂਡੋ ਦੀ ਹਾਲੇ ਤੱਕ ਤਾਂ ਕੋਈ ਅਚੀਵਮੈਂਟ ਹੋਈ ਨਹੀਂ, ਕਿਉਂਕਿ ਚਾਈਨਾ ਵੀ ਗਿਆ, ਇੰਡੀਆ ਵੀ ਗਿਆ, ਹੋਰ ਕੰਟਰੀਆਂ 'ਚ ਵੀ ਗਿਆ, ਯੂਰਪ ਦੇ ਵਿੱਚ ਵੀ ਗਿਆ, ਕੋਈ ਖਾਸ ਇਹਦੀ ਅਚੀਵਮੈਂਟ ਕੋਈ ਨਹੀਂ। ਇਹ ਵੀ ਇਹ ਚਾਹੁੰਦਾ ਸੀ ਵੀ ਜੇ ਐਗਰੀਮੈਂਟ ਹੋ ਜਾਏ ਤਾਂ ਮੈਂ ਅਗਲੇ ਸਾਲ ਇਲੈਕਸ਼ਨਾਂ ਵਿੱਚ ਜਾਣਾ, ਘੱਟੋ ਘੱਟ ਮੈਂ ਕੁਛ ਤਾਂ ਦੱਸ ਸਕਾਂ। ਐਂਡ ਸੋ ਜਿਹੜੀ ਨੈਗੋਸ਼ੀਏਸ਼ਨ ਟੇਬਲ ਦੇ ਉੱਤੇ ਚੈਪਟਰ 19 ਮੈਕੈਨਿਜ਼ਮ ਜਿਹੜਾ ਸੀ ਡਿਸਪਿਊਟ ਮੈਕੈਨਿਜ਼ਮ ਨੂੰ ਰਿਜ਼ੋਲਵ ਕਰਨਾ, it was mechanically, technically and politically it was very important and ਉਹਦੇ ਤੇ ਕੈਨੇਡਾ ਨੇ ਇਹ ਵਧਾਈ ਦੇ ਹੱਕਦਾਰ ਨੇ। ਕੈਨੇਡਾ ਦੇ ਪ੍ਰਧਾਨ ਮੰਤਰੀ ਨੇ, ਫੋਰਨ ਮਿਨਿਸਟਰ ਨੇ ਬੜੀ ਮਿਹਨਤ ਕੀਤੀ ਔਰ ਉਹਨਾਂ ਨੇ ਇਹਦੇ ਤੇ ਸਟੈਂਡ ਲਿਆ ਐਂਡ ਉਹ ਪ੍ਰੀਜ਼ਰਵ ਕਰ ਲਿਆ। ਕਿਉਂਕਿ ਪਿਛਲੀ ਜਿਹੜੀ ਹਿਸਟਰੀ ਦੱਸਦੀ ਹੈ, ਜੋ ਪਿਛਲੀ ਦਫਾ ਡਿਸਪਿਊਟ ਹੁੰਦਾ ਸੀ ਉਹ 'ਚ ਹਮੇਸ਼ਾ ਹੀ ਕੈਨੇਡਾ ਜਦੋਂ ਵੀ ਇਹਨਾਂ ਨੂੰ ਲੈ ਕੇ ਗਿਆ ਅੰਡਰ 19 ਚੈਪਟਰ ਦੇ ਡਿਸਪਿਊਟ ਮੈਕੈਨਿਜ਼ਮ ਤੇ ਜਿਹੜੀ ਡਿਸੀਜਨ ਆਉਂਦੇ ਰਹੇ ਆ ਉਹ ਸਦਾ ਹੀ ਕੈਨੇਡਾ ਦੇ ਹੱਕ ਵਿੱਚ ਆਉਂਦੇ ਰਹੇ। ਫਾਰ ਐਗਜ਼ਾਮਪਲ ਲੰਬਰ ਦੇ ਉੱਤੇ। ਸੋ ਇਸ ਕਰਕੇ ਇੱਕ ਤਾਂ ਇਹ ਅਚੀਵਮੈਂਟ ਹੈ। ਬਾਕੀ ਟੂ ਅਚੀਵ ਦੀ ਐਗਰੀਮੈਂਟ, ਕਿਉਂਕਿ ਇਹਨੂੰ ਛੇੜਿਆ ਹੀ ਸ਼ੁਰੂ ਹੀ ਟਰੰਪ ਵੱਲੋਂ ਕੀਤਾ ਗਿਆ ਸੀ। ਉਹ ਕਹਿੰਦਾ ਸੀ ਇਟਸ ਅ ਬੈਡ ਡੀਲ। ਹੁਣ ਫਾਰ ਐਗਜ਼ਾਮਪਲ ਜਿਹੜੀ ਮੈਨੇਜਮੈਂਟ ਸਪਲਾਈ ਡੇਰੀ ਪ੍ਰੋਡਕਟ ਹੈ
ਉਹਦੇ ਤੇ ਕੈਨੇਡਾ ਵੱਲੋਂ ਉਹਨੂੰ ਪ੍ਰੋਟੈਕਟ ਕੀਤਾ ਜਾ ਰਿਹਾ ਸੀ ਕਿਉਂਕਿ ਕੈਨੇਡਾ ਦੇ ਵਿੱਚ 11,000 ਫਾਰਮਰ ਹੈ, ਖਾਸ ਤੌਰ ਤੇ ਜ਼ਿਆਦਾ ਕਿਊਬਕ ਦੇ ਵਿੱਚ ਹੈ, ਔਰ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾ ਰਿਹਾ ਬਾਈ ਡੇਅਰੀ ਬੋਰਡ ਵੱਲੋਂ, ਜਿਹੜੀ ਉਹ ਹੀ ਸੈੱਟ ਕਰਦੇ ਆ ਮਿਲਕ ਦੀ ਪ੍ਰਾਈਸ, ਬਟਰ ਦੀ ਪ੍ਰਾਈਸ ਤੇ ਐਗਸ ਦੀ ਪ੍ਰਾਈਸ। ਐਂਡ ਬਾਹਰੋਂ ਜੇ ਕੋਈ ਭੇਜਦਾ ਤਾਂ ਉਹਦੇ ਤੇ 295% ਡਿਊਟੀ ਅਮਰੀਕਾ ਤੋਂ ਜੇ ਕੋਈ ਆਉਂਦਾ ਸੀ ਤਾਂ ਉਹਦੇ ਤੇ ਇੰਨੀ ਲੱਗਦੀ ਸੀ। ਉਹਨੂੰ ਚੈਲੰਜ ਕੀਤਾ ਟਰੰਪ ਨੇ ਔਰ ਉਹਦੇ 'ਚੋਂ ਸਕਸੈਸ ਹੋਇਆ। ਐਂਡ ਡੀਲ ਬਣਾਉਣ ਲਈ ਇਹਨਾਂ ਨੂੰ ਫਿਰ ਉਹਦੇ ਛੋਟ ਦੇਣੀ ਪਈ ਹੈ। ਛੋਟ ਦਿੱਤੀ ਹੈ ਇਹਨਾਂ ਨੇ 3.6% ਮਾਰਕੀਟ ਉਹਨਾਂ ਲਈ ਖੋਲ੍ਹੀ ਹੈ। ਐਂਡ ਉਹਦੇ ਮੁਤਾਬਕ 2.95 ਤੋਂ ਘਟ ਕੇ ਹੁਣ 150% ਤੇ ਰਹਿ ਗਈ। ਐਂਡ ਫਿਰ ਵੀ ਨਾਟ ਟੂ ਬੈਡ, ਪਰ ਔਨ ਦੀ ਸੇਮ ਹੈਂਡ ਕੈਨੇਡਾ ਵਾਲਿਆਂ ਨੇ, ਲਿਬਰਲ ਸਰਕਾਰ ਨੇ ਫਾਰਮਰਸ ਨੂੰ $4 ਬਿਲੀਅਨ ਦਾ ਕੰਪਨਸੇਸ਼ਨ ਦੇਣ ਦਾ ਫੈਸਲਾ ਕੀਤਾ। ਐਂਡ ਉਹਦੇ ਤੇ ਉਹ ਕਿੰਨੇ ਕੁ ਚਿਰ ਲਈ ਹੈ, ਕਿੱਦਾਂ, ਉਹ ਤਾਂ ਹੁਣ ਸਾਡੀ ਡਿਟੇਲ ਪੂਰੀ ਆਈ ਤੇ ਪਤਾ ਲੱਗੂਗਾ। ਪਰ ਦੈਟਸ ਵਾਟ ਇਟ ਇਜ਼। ਪਰ ਡੇਅਰੀ ਜਿਹੜਾ ਬੋਰਡ ਸੀ ਉਹਨਾਂ ਵੱਲੋਂ ਇਹਨੂੰ ਅਪੋਜ਼ ਕੀਤਾ ਗਿਆ। ਕਿਊਬਕ ਦਾ ਜਿਹੜਾ ਨਵਾਂ ਪ੍ਰੀਮੀਅਰ ਬਣਿਆ ਉਹਦੇ ਵੱਲੋਂ ਵੀ, ਤੇ ਜਿਹੜਾ ਹਾਰ ਗਿਆ ਪ੍ਰੀਮੀਅਰ ਉਹਦੇ ਵੱਲੋਂ ਵੀ ਇਹਨੂੰ ਅਪੋਜ਼ ਕੀਤਾ ਗਿਆ ਕਿਉਂਕਿ ਇਲੈਕਸ਼ਨਾਂ 'ਚ ਵੋਟਾਂ ਦੀ ਵੀ ਗੱਲ ਹੋ ਰਹੀ ਹੈ। ਐਂਡ ਮੇਰਾ ਖਿਆਲ ਟਰੂਡੋ ਵਿਲ ਪੇ ਲਿਟਲ ਬਿਟ ਪ੍ਰਾਈਸ ਨੈਕਸਟ ਇਲੈਕਸ਼ਨਾਂ 'ਚ, ਕਿਉਂਕਿ ਉਹ ਜਿਹੜਾ ਡੇਅਰੀ ਹੈਗੇ ਖਾਸ ਤੌਰ ਤੇ ਕਿਊਬਕ ਦੇ ਵਿੱਚ, ਔਰ ਅਗਲੀ ਇਲੈਕਸ਼ਨਾਂ ਦੇ ਵਿੱਚ ਉਹ ਧਿਆਨ ਰੱਖਣਗੇ। ਜੋਹਲ ਜੀ, ਜਿਵੇਂ ਇਹਨਾਂ ਨੇ ਦੱਸਿਆ ਕਿ ਡੇਅਰੀ ਫਾਰਮਰਸ ਖਾਸੇ ਖੁਸ਼ ਨਜ਼ਰ ਨਹੀਂ ਆ ਰਹੇ। ਜਦੋਂ ਅਸੀਂ ਇਹ ਪੂਰੇ 13 ਮਹੀਨਿਆਂ ਦਾ ਦੇਖਦੇ ਹਾਂ, ਕਿਤੇ ਨਾ ਕਿਤੇ ਇਹ ਵੀ ਹੈ ਕਿ ਬੇਸ਼ੱਕ ਇਸ ਡੀਲ ਦੀ ਲੋੜ ਕੈਨੇਡਾ ਨੂੰ ਵੀ ਸੀ, ਯੂਐਸ ਨੂੰ ਵੀ ਸੀ, ਪਰ ਫਿਰ ਵੀ ਯੂਐਸ ਵੱਲੋਂ ਕੈਨੇਡਾ ਨਾਲ ਉਹਨਾਂ ਚੰਗਾ ਟ੍ਰੀਟਮੈਂਟ ਅਸੀਂ ਨਹੀਂ ਦੇਖਿਆ ਕਿ 13 ਮਹੀਨੇ ਵਿੱਚ ਕੈਨੇਡਾ ਨੂੰ ਇੱਕ ਚੰਗੀ ਤਰ੍ਹਾਂ ਡੀਲ ਕੀਤਾ ਗਿਆ ਹੋਵੇ। ਦੇਖੋ, ਜੇ ਚੰਗੀ ਤਰ੍ਹਾਂ ਡੀਲ ਕਰਨ ਲਈ ਕਨਸੈਸ਼ਨ ਦੇਣੇ ਪੈਂਦੇ ਨੇ, ਪਰ ਡੋਨਲਡ ਟਰੰਪ ਸਾਹਿਬ ਜਿਵੇਂ ਪ੍ਰੈਜ਼ੀਡੈਂਟ ਬਣੇ ਨੇ ਉਹ ਕਿਸੇ ਵੀ ਤਰ੍ਹਾਂ ਦਾ ਕਨਸੈਸ਼ਨ ਨਾ ਕੈਨੇਡਾ ਨੂੰ ਨਾ ਮੈਕਸੀਕੋ ਨੂੰ ਉਹ ਦੇਣ ਦੇ ਹੱਕ ਵਿੱਚ ਸੀਗੇ। ਉਹ ਸਿਰਫ ਕਨਸੈਸ਼ਨਸ ਲੈਣ ਦੇ ਹੱਕ ਵਿੱਚ ਸੀਗੇ। ਸੋ ਇਸ ਨਵੀਂ ਨੈਗੋਸ਼ੀਏਟਡ ਡੀਲ ਦੇ ਵਿੱਚ ਵੀ ਆਪਾਂ ਦੇਖਿਆ ਵੀ ਵੱਧ ਤੋਂ ਵੱਧ ਉਹਨਾਂ ਨੇ ਕਨਸੈਸ਼ਨ ਲਏ ਨੇ। ਸੋ ਬੜੀ ਸਟਰਗਲ ਤੋਂ ਬਾਅਦ ਇਹ ਚੈਪਟਰ 19 ਹੈ ਜਿਹੜਾ ਬਚਾਇਆ ਜਾ ਸਕਿਆ। ਪਰ ਇਹਦੇ ਉਲਟ ਆਪਾਂ ਦੇਖਿਆ ਵੀ ਜੇ ਉਹਨਾਂ ਨੇ ਚੈਪਟਰ 19 ਦਿੱਤਾ ਆ, ਤੇ ਜਿਸ ਤਰ੍ਹਾਂ ਢੀਂਡਸਾ ਸਾਹਿਬ ਨੇ ਦੱਸਿਆ ਵੀ ਕਾਫੀ ਕੁਝ ਜਿਹੜਾ ਡੇਅਰੀ ਸੈਕਟਰ ਦੇ, ਐਗਰੀਕਲਚਰ ਸੈਕਟਰ ਦੇ ਵਿੱਚੋਂ ਇਹਨਾਂ ਨੂੰ ਕਨਸੈਸ਼ਨਸ ਵੀ ਦੇਣੇ ਪਏ ਆ। ਉਸ ਤੋਂ ਬਿਨਾਂ ਜੇ ਇਹ ਡੇਅਰੀ ਸੈਕਟਰ ਦੇ ਵਿੱਚ ਮਾਰਕੀਟ ਨੂੰ ਨਾ ਯੂਐਸ ਪ੍ਰੋਡਕਟਸ ਵਾਸਤੇ ਖੋਲ੍ਹਿਆ ਜਾਂਦਾ ਤੇ ਮੈਨੂੰ ਇਹ ਪੱਕਾ ਯਕੀਨ ਹੁੰਦਾ ਜਾ ਰਿਹਾ ਸੀਗਾ ਵੀ ਇਹ ਡੀਲ ਸਿਰੇ ਚੜ੍ਹਨੀ ਨਹੀਂ। ਆਪਾਂ ਦੇਖਿਆ ਕਿ ਲਾਸਟ ਮੂਮੈਂਟ ਤੱਕ ਜਿਹੜੀਆਂ ਟੈਨਸ਼ਨਸ ਬਣੀਆਂ ਰਹੀਆਂ ਹਨ, ਕਿਸ ਤਰੀਕੇ ਦੇ ਨਾਲ ਜਿਹੜੇ ਆ ਡੋਨਲਡ ਟਰੰਪ ਸਾਹਿਬ ਨੇ ਕ੍ਰਿਟਿਸਾਈਜ਼ ਕਰਨਾ ਸ਼ੁਰੂ ਕਰਤਾ ਸੀ ਸਾਡੇ ਫੋਰਨ ਮਿਨਿਸਟਰ ਨੂੰ, ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਨੂੰ, ਪਰ ਇੱਕਦਮ 24 ਘੰਟਿਆਂ ਦੇ ਵਿੱਚ ਹੀ ਸਿਚੁਏਸ਼ਨ 30 ਸਤੰਬਰ ਨੂੰ ਲਾਸਟ ਮੂਮੈਂਟ ਤੇ ਜਿਸ ਵੇਲੇ ਚੇਂਜ ਹੋਈ ਹੈ ਤੇ ਉਸੇ ਵੇਲੇ ਡੋਨਲਡ ਟਰੰਪ ਸਾਹਿਬ ਨੇ ਜਿਹੜੀਆਂ ਟਰੂਡੋ ਸਾਹਿਬ ਦੀਆਂ ਸਿਫਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਸੋ ਇਸ ਤਰੀਕੇ ਦੇ ਨਾਲ ਇਹ ਆ ਜੀ ਚਲੋ ਐਂਡ ਗੁੱਡ, ਐਵਰੀਥਿੰਗ ਇਜ਼ ਗੁੱਡ ਨਾਓ। ਇਹ ਡੀਲ ਸਿਰੇ ਚੜ੍ਹ ਜ਼ਰੂਰ ਗਈ ਹੈ, ਪਰ ਲੱਗਦਾ ਅਜੇ 2 ਸਾਲ ਹੋਰ ਇਹਦੀਆਂ ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ ਕਿਉਂਕਿ ਇੰਪਲੀਮੈਂਟ ਹੋਣ ਨੂੰ ਪਾਰਲੀਮੈਂਟਸ ਦੇ ਵਿੱਚ ਤਿੰਨਾਂ ਦੇਸ਼ਾਂ ਦੀ ਵਿੱਚ ਅਪਰੂਵ ਹੋਣ ਨੂੰ ਅਜੇ ਟਾਈਮ ਲੱਗੇਗਾ। ਲਗਭਗ 2 ਸਾਲ ਦਾ ਇਹ ਟਾਈਮ ਪ੍ਰੋਸੈਸ ਗਿਣਿਆ ਜਾਂਦਾ ਹੈ। ਪਰ ਦੂਸਰੇ ਪਾਸੇ ਜੀ ਮਿਡ ਟਰਮ ਜਿਹੜੀ ਨੈਕਸਟ ਮੰਥ ਇਲੈਕਸ਼ਨ ਹੋ ਰਹੀ ਹੈ, ਜੇ ਸਿਚੁਏਸ਼ਨ ਉੱਥੇ ਯੂਐਸ ਦੇ ਵਿੱਚ ਚੇਂਜ ਹੋ ਗਈ, ਡੋਨਲਡ ਟਰੰਪ ਸਾਹਿਬ ਦੀ ਜਿਹੜੀ ਆਪੋਜੀਸ਼ਨ ਪਾਰਟੀ ਹੈ ਜੇ ਉਹ ਜ਼ਿਆਦਾ ਸੀਟਾਂ ਜਿੱਤ ਜਾਂਦੇ ਨੇ ਤੇ ਫਿਰ ਪਾਰਲੀਮੈਂਟ ਦੇ ਵਿੱਚ ਚੈਲੰਜਿੰਗ ਸਿਚੁਏਸ਼ਨਸ ਵੀ ਸਾਹਮਣੇ ਆ ਸਕਦੀਆਂ। ਪਰ ਇੱਥੇ ਆਪਣਾ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਕਿਸੇ ਤਰ੍ਹਾਂ ਦਾ ਚੈਲੰਜ ਸਾਹਮਣੇ ਨਹੀਂ ਦਿਸਦਾ ਇਸ ਡੀਲ ਨੂੰ। ਖਾਸ ਤੌਰ ਤੇ ਇੱਕ ਤੇ ਸਾਰੀਆਂ ਪਾਰਟੀਆਂ ਨੇ ਕੋਈ ਬਹੁਤਾ ਵੱਡਾ ਇਹਦਾ ਕ੍ਰਿਟਿਸਿਜ਼ਮ ਨਹੀਂ ਕੀਤਾ। ਦੂਸਰਾ ਇਹ ਆ ਵੀ ਰੂਲਿੰਗ ਪਾਰਟੀ, ਲਿਬਰਲ ਪਾਰਟੀ ਦੇ ਕੋਲ ਮੈਜੋਰਟੀ ਹੈ ਤੇ ਇਲੈਕਸ਼ਨ ਦੇ ਵਿੱਚ ਅਜੇ ਲਗਭਗ 1 ਸਾਲ ਦਾ ਟਾਈਮ ਪਿਆ ਤੇ ਖਾਸ ਤੌਰ ਤੇ ਦੂਸਰੇ ਪਾਸੇ ਮੈਕਸੀਕੋ ਦੇ ਵਿੱਚ ਜਿਹੜੇ ਹੋਣ ਵਾਲੇ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਤੇ 1 ਦਸੰਬਰ ਤੋਂ ਚਾਰਜ ਨਵੇਂ ਪ੍ਰੈਜ਼ੀਡੈਂਟ ਨੂੰ ਦੇ ਦੇਣਾ ਤੇ ਨਵੇਂ ਪ੍ਰੈਜ਼ੀਡੈਂਟ ਨੇ ਵੀ ਲੇਕਿਨ ਕਿ ਇਸ ਡੀਲ ਦੇ ਖਿਲਾਫ ਜਿਹੜੀ ਕਿ ਨੈਗੋਸ਼ੀਏਟ ਹੋਈ ਆ ਯੂਐਸ ਦੇ ਨਾਲ ਕੋਈ ਖਾਸ ਉਹਨੂੰ ਅਪੋਜ਼ ਨਹੀਂ ਕੀਤਾ। ਸੋ ਲੱਗਦਾ ਕਿ ਬਹੁਤੀ ਵੱਡੀ ਸਮੱਸਿਆ ਹਾਲ ਦੀ ਘੜੀ ਨਜ਼ਰ ਨਹੀਂ ਆ ਰਹੀ, ਪਰ ਮਿਡ ਟਰਮ ਤੋਂ ਬਾਅਦ ਸਿਚੁਏਸ਼ਨ ਯੂਐਸ ਦੀ ਥੋੜੀ ਹੋਰ ਕਲੀਅਰ ਹੋ ਜਾਏਗੀ। ਜੀ, ਇਸ ਡੀਲ ਨਾਲ ਕੈਨੇਡਾ ਤੇ ਯੂਐਸ ਨੂੰ ਕਿੰਨਾ ਕੁ ਫਾਇਦਾ ਹੋਏਗਾ ਤੇ ਕੈਨੇਡੀਅਨਸ ਲਈ ਕਿੰਨੀ ਫਾਇਦੇਮੰਦ ਹੋਏਗੀ ਡੀਲ, ਇਸੇ ਸੰਬੰਧੀ ਗੱਲਬਾਤ ਰਹੇਗੀ ਜਾਰੀ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ। ਗੱਲਬਾਤ ਚੱਲ ਰਹੀ ਹੈ ਕੈਨੇਡਾ, ਯੂਐਸ ਤੇ ਮੈਕਸੀਕੋ ਵਿਚਕਾਰ ਹਾਲ ਹੀ ਵਿੱਚ ਹੋਈ ਡੀਲ ਸੰਬੰਧੀ। ਜੋਹਲ ਜੀ, ਜਿਵੇਂ ਆਪਾਂ ਡੀਲ ਦੀ ਗੱਲ ਕਰ ਰਹੇ ਹਾਂ, ਆਟੋ ਸੈਕਟਰ ਦਾ ਇੱਕ ਬਹੁਤ ਵੱਡਾ ਅਸੀਂ ਕਹੀਏ ਡਰ ਬਣਿਆ ਹੋਇਆ ਸੀ, ਪਰ ਉਹ ਡਰ ਕਿਤੇ ਨਾ ਕਿਤੇ ਘਟਦਾ ਹੁਣ ਵਿਖਾਈ ਦਿੱਤਾ। ਹਾਂ, ਲਗਭਗ ਦੇਖੋ ਵੀ ਖਤਮ ਹੁੰਦਾ ਹੀ ਦਿਖਾਈ ਦਿੰਦਾ। ਔਰ ਮੈਂ ਇਹ ਥੋੜਾ ਜਿਹਾ ਦੇਖ ਰਿਹਾ ਸ਼ਾਇਦ ਆਟੋ ਸੈਕਟਰ ਵਾਸਤੇ ਇਸ ਡੀਲ ਦੇ ਵਿੱਚ ਸਮਥਿੰਗ ਗੁੱਡ ਹੈ, ਕਿਉਂਕਿ ਆਟੋ ਸੈਕਟਰ ਵਾਸਤੇ ਪਹਿਲਾਂ ਤੇ ਸਭ ਤੋਂ ਵੱਡਾ ਇਹੀ ਦੇਖਿਆ ਜਾ ਰਿਹਾ ਸੀਗਾ ਵੀ ਜੇ ਇਹ ਡੀਲ ਸਿਰੇ ਨਹੀਂ ਚੜ੍ਹਦੀ ਤੇ ਡੋਨਲਡ
ਟਰੰਪ ਸਾਹਿਬ ਕਹਿ ਰਹੇ ਸੀ ਵੀ ਮੈਂ ਡਿਊਟੀ 25% ਲਗਾਵਾਂਗਾ। ਹਾਂਜੀ, ਸੋ ਇਹ ਬਹੁਤ ਵੱਡੀ ਇੱਕ ਥ੍ਰੈਟ ਸੀ। ਸੋ ਇਸ ਥ੍ਰੈਟ ਕਰਕੇ ਆਟੋ ਇੰਡਸਟਰੀ ਦੇ ਨਾਲ ਡਾਇਰੈਕਟਲੀ ਤੇ ਇਨਡਾਇਰੈਕਟਲੀ ਜਿਹੜੀਆਂ ਹੰਡਰਡ ਆਫ ਥਾਊਜ਼ੈਂਡਸ ਆਫ ਜੌਬਸ ਜੁੜੀਆਂ ਸੀ, ਉਹ ਤੁਹਾਨੂੰ ਪਤਾ ਵੀ ਇੱਕ ਤਰੀਕੇ ਦੇ ਨਾਲ ਉਹਨਾਂ ਨੂੰ ਬਹੁਤ ਅਨਸਰਟਨਟੀ ਵਾਲੀ ਸਿਚੁਏਸ਼ਨ ਸੀ। ਸੋ ਇਹ ਡੀਲ ਸਿਰੇ ਚੜ੍ਹਨ ਤੋਂ ਬਾਅਦ ਇੱਕ ਤੇ ਉਹ ਥੋੜੀ ਜਿਹੀ ਸਟੇਬਿਲਿਟੀ ਆਈ ਆ, ਤੇ ਦੂਸਰਾ ਉਹ ਜਿਹੜਾ 25% ਡਿਊਟੀ ਦੀ ਥ੍ਰੈਟ ਸੀ ਉਹ ਵੀ ਖਤਮ ਹੋਈ ਆ। ਇਸ ਦੇ ਨਾਲ ਹੀ ਉਸ ਦੇ ਵਿੱਚ ਸ਼ਾਇਦ ਕੋਈ 1% ਦੇ ਕਰੀਬ ਕੈਨੇਡੀਅਨ ਜਿਹੜੀ ਪ੍ਰੋਡਕਸ਼ਨ ਆ ਆਊਟੋਸ ਦੀ, ਉਹਨੂੰ ਮਾਰਕੀਟ ਉੱਥੇ ਅਮਰੀਕਾ ਦੇ ਵਿੱਚ ਜ਼ਿਆਦਾ ਵੀ ਮਿਲੀ ਆ। ਸੋ ਇਸ ਲਿਹਾਜ਼ ਨਾਲ ਇਸ ਡੀਲ ਦੇ ਵਿੱਚ ਥੋੜੀ ਜਿਹੀ ਕੈਨੇਡੀਅਨ ਆਟੋ ਇੰਡਸਟਰੀ ਵਾਸਤੇ ਮੈਨੂੰ ਗੁੱਡ ਨਿਊਜ਼ ਨਜ਼ਰ ਆ ਰਹੀ ਹੈ ਜੀ। ਪਰ ਜੇ ਜਿਵੇਂ ਹੁਣ ਕਿਹਾ ਜਾ ਰਿਹਾ ਹੈ ਕਿ ਜਿਹੜੀ ਮੈਨੂਫੈਕਚਰਿੰਗ ਹੈ ਉਹ ਉਸੇ ਹਿੱਸੇ ਵਿੱਚ ਹੋਏਗੀ ਜਿੱਥੇ EMPLOYEE $16 ਪਰ ਆਰ ਅਰਨ ਕਰਦੇ ਹਨ, ਤਾਂ ਮੈਕਸੀਕੋ ਨੂੰ ਇਸ ਦਾ ਬੈਨੀਫਿਟ ਹੋ ਸਕਦਾ, ਮੈਕਸੀਕੋ ਦੇ EMPLOYEES ਨੂੰ? ਮੈਕਸੀਕੋ ਦੇ EMPLOYEES ਨੂੰ ਨੁਕਸਾਨ ਫਾਇਦਾ ਹੋ ਸਕਦਾ, ਲੇਕਿਨ EMPLOYERS ਨੂੰ ਨੈਚੁਰਲੀ ਫਿਰ ਹਾਈ ਵੇਜਸ ਪੇ ਕਰਨੀਆਂ ਪੈਣਗੀਆਂ। ਪਰ ਕੈਨੇਡੀਅਨ ਕੰਟੈਕਸਟ ਵਿੱਚ ਇਹ ਗੱਲ ਬਹੁਤ ਹੀ ਰੈਲੇਵੈਂਟ ਇਸ ਕਰਕੇ ਨਹੀਂ ਕਿਉਂਕਿ ਇੱਥੇ ਆਲਰੇਡੀ ਮੋਰ ਦੈਨ $25 ਪਰ ਆਵਰ ਜਿਹੜੇ ਆ ਉਹ ਆਟੋ ਇੰਡਸਟਰੀ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਵਰਕਰਸ ਨੇ ਉਹ ਲੈ ਰਹੇ ਨੇ। ਸੋ ਇਹ $16 ਵਾਲਾ ਜਿਹੜਾ ਮਿਨੀਮਮ ਵੇਜ ਜਾਂ ਵੇਜ ਪੇ ਕਰਨ ਦਾ EMPLOYERS ਦੇ ਵਾਸਤੇ ਨਵੇਂ ਐਗਰੀਮੈਂਟ ਦੇ ਵਿੱਚ ਹੈ, ਉਹ ਮੈਕਸੀਕੋ ਦੇ EMPLOYERS ਦੇ ਵਾਸਤੇ ਜਾਂ ਕਰੋ EMPLOYEES ਦੇ ਵਾਸਤੇ ਬੈਨੀਫੀਸ਼ੀਅਲ ਹੈ, ਤੇ EMPLOYERS ਨੂੰ ਇਹ ਫੇਸ ਕਰਨਾ ਪਏਗਾ। ਜੀ ਢੀਂਡਸਾ ਜੀ, ਜਿਵੇਂ ਆਪਾਂ ਆਟੋ ਸੈਕਟਰ ਦੀ ਗੱਲ ਕੀਤੀ ਕਿ ਉਹਨਾਂ ਤੇ ਇੱਕ ਡਰ ਬਣਿਆ ਹੋਇਆ ਸੀ, ਉਹ ਚਲੋ ਦੂਰ ਹੋ ਗਿਆ, ਪਰ ਸਟੀਲ ਐਂਡ ਐਨਵੀਲੀਅਮ ਜਿਹੜਾ ਸੈਕਟਰ ਹੈਗਾ ਉਹ ਹਜੇ ਵੀ ਨਾਰਾਜ਼ ਦਿਖਾਈ ਦੇ ਰਹੇ ਨੇ ਕਿਉਂਕਿ ਉਹਨਾਂ ਲਈ ਕੁਝ ਖਾਸ ਇਸ ਡੀਲ ਵਿੱਚ ਨਿਕਲ ਕੇ ਨਹੀਂ ਆਇਆ। ਜਿਹੜਾ ਟੈਰਿਫ ਲਗਾਇਆ ਗਿਆ ਸੀ ਉਸੇ ਤਰ੍ਹਾਂ ਰੱਖਿਆ ਗਿਆ। ਇਹ ਤਾਂ ਹੁਣ ਜਿਹੜੀਆਂ ਡਿਟੇਲਸ ਹੈ ਬਾਅਦ ਚ ਆਉਣਗੀਆਂ। ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ, ਐਗਰੀਮੈਂਟ ਦੇ ਮੁਤਾਬਕ ਹੋਣਾ ਇਹ ਚਾਹੀਦਾ ਸੀ ਕਿ ਸਟੀਲ ਦੇ ਉੱਤੇ 25% ਜਿਹੜਾ ਟੈਰਿਫ ਲਾਇਆ ਐਂਡ ਅਲੂਮੀਨੀਅਮ ਤੇ 10% ਲਾਇਆ, ਉਹ ਰਿਮੂਵ ਹੋਣਾ ਚਾਹੀਦਾ ਸੀ ਜੇ ਐਗਰੀਮੈਂਟ ਹੋ ਗਿਆ। ਉਹਦੇ ਬਾਰੇ ਦੋਨੇ ਸਾਈਡਾਂ ਸਾਇਲੈਂਟ ਹੈ, ਪਰ ਇਕੱਲਾ ਇਹੀ ਨਹੀਂ, ਕੈਨੇਡਾ ਵਾਲਿਆਂ ਨੇ ਵੀ ਲਾਏ ਆ ਜਿਹੜੇ ਟਿਟ ਫॉर ਟੈਟ ਕੀਤਾ, ਉਹ ਵੀ ਹਾਲੇ ਉੱਦਾਂ ਹੀ ਆ। ਇਹ ਪਰਹੈਪਸ ਡਾਊਨ ਦੀ ਰੋਡ ਇਹਨੂੰ ਫਿਰ ਨੈਗੋਸ਼ੀਏਟ ਕਰ ਲੈਣਗੇ, ਪਰ ਐਟ ਦਿਸ ਪੁਆਇੰਟ ਇਨ ਟਾਈਮ ਹਾਲੇ ਇਹਦੇ 'ਚ ਕੋਈ ਤਬਦੀਲੀ ਨਹੀਂ ਆਈ। ਦੇਖੋ ਇਹ ਜਿਹੜੇ ਕੈਨੇਡਾ ਵਾਲੇ ਉਹ ਕਹਿੰਦੇ ਅਸੀਂ ਵਿਨ ਕੀਤਾ, ਅਮਰੀਕਾ ਵਾਲੇ ਕਹਿੰਦੇ ਅਸੀਂ ਵਿਨ ਕੀਤਾ, ਐਂਡ ਇਹਦੇ 'ਚ ਮੈਨੂੰ ਲੱਗਦਾ ਜ਼ਿਆਦਾ ਵਿਨ ਅਮਰੀਕਾ ਨੇ ਕੀਤਾ ਕਿਉਂਕਿ ਅਮਰੀਕਾ ਦੇ ਨੇ ਜਿੱਦਾਂ ਹੁਣ ਡਿਊਟੀ ਸੀ, ਡਿਊਟੀ ਫ੍ਰੀ, ਤੁਸੀਂ ਇੱਥੋਂ ਜੇ ਕੋਈ ਆਰਡਰ ਕਰਨਾ, ਕੋਈ ਸਮਾਨ ਮੰਗਾਉਣਾ ਅਮਰੀਕਾ ਤੋਂ, ਅੱਗੇ $20 ਤੱਕ ਡਿਊਟੀ ਫ੍ਰੀ ਹੁੰਦਾ ਸੀ, ਹੁਣ ਉਹ ਵਧਾ ਕੇ 5 ਗੁਣਾ ਵਧਾਤਾ। ਅਮਰੀਕਾ ਤੋਂ ਤੁਸੀਂ ਲਿਆ ਸਕਦੇ ਹੋ $100 ਤੱਕ, ਰਾਈਟ, ਐਂਡ ਕੈਨੇਡਾ ਵੱਲੋਂ ਨਹੀਂ ਵਧਾਇਆ ਗਿਆ, ਕੈਨੇਡਾ 'ਚ ਉਨਾ ਹੀ ਆ। ਸੋ ਇੱਦਾਂ ਦੇ ਬਹੁਤ ਸਾਰੇ ਨੁਕਤੇ ਆ ਜਿਹੜੇ ਇਟ ਰਿਮੇਨਸ ਟੂ ਸੀ। ਫਿਰ ਇੱਕ ਹੋਰ ਨਵੀਂ ਗੱਲ ਜਿਹੜੀ ਆਈ ਆ, ਉਹ ਮੈਂ ਅੱਜ ਸਵੇਰੇ ਪੜ੍ਹਦਾ ਸੀ ਕਿ ਜਿਹੜੀ ਮਾਰਕੀਟ ਇਕਨੋਮੀ ਦੇ ਨਾਲ ਕੈਨੇਡਾ ਤੇ ਮੈਕਸੀਕੋ ਨੈਗੋਸ਼ੀਏਟ ਨਹੀਂ ਕਰ ਸਕਦੇ ਅਨਲੈਸ ਦੇ ਕੰਸਲਟ ਵਿਦ USA, ਮੈਕਸੀਕੋ ਐਂਡ ਕੈਨੇਡਾ। ਕੈਨੇਡਾ ਸੈਪਰੇਟ ਨਹੀਂ ਕਰ ਸਕਦਾ, ਇਟਸ ਅ ਬਿਗ ਥਿੰਗ। ਔਰ ਇਹਦੇ ਤੇ ਹੁਣ ਕਾਫੀ ਵਾਦ ਖੜਾ ਹੋਣ ਡਿਆ ਵੀ ਜਿਹੜਾ ਕੈਨੇਡਾ ਦਾ ਪ੍ਰਧਾਨ ਮੰਤਰੀ ਕਲੇਮ ਕਰਦਾ ਇਹ ਕਿੰਨਾ ਕੁ ਕਲੇਮ ਸੱਚਾ, ਕਿਉਂਕਿ ਜੀ ਮਾਰਕੀਟ ਇਕਨੋਮੀ, ਵਾਟ ਇਜ਼ ਮਾਰਕੀਟ ਇਕਨੋਮੀ ਮੀਨਸ ਜਿੱਦਾਂ ਹੁਣ ਚਾਈਨਾ ਆ ਉਹਦਾ ਐਡਵਾਂਟੇਜ ਹੈ, ਸਪੈਸ਼ਲੀ ਦੇ ਆਰ ਸੇਇੰਗ ਟੂ ਚਾਈਨਾ ਕਿ ਚਾਈਨਾ ਦੇ ਨਾਲ ਕੈਨੇਡਾ ਫ੍ਰੀ ਟ੍ਰੇਡ ਨਹੀਂ ਕਰ ਸਕਦਾ ਡਾਇਰੈਕਟ ਅਨਲੈਸ ਦੇ ਡਿਸਕਸ। ਹੁਣ ਇਹਦੇ ਬਾਰੇ ਮੇਰੇ ਖਿਆਲ ਕਾਫੀ ਹਾਲੇ ਇਹ ਉੱਭਰ ਕੇ ਨਹੀਂ ਗੱਲ ਆਈ, ਪਰ ਇਹਦੇ ਬਾਰੇ ਚਰਚਾ ਹੋਣਾ ਸ਼ੁਰੂ ਹੋ ਗਿਆ। ਔਰ ਇਹਦਾ ਇੱਕ ਪਾਸੇ ਤਾਂ ਹੈਗਾ ਮਗਰਮੱਛ ਅਮਰੀਕਾ, ਦੂਜੇ ਪਾਸੇ ਕੈਨੇਡਾ ਤੇ ਮੈਕਸੀਕੋ। ਅਮਰੀਕਾ ਦੀ ਪਾਪੂਲੇਸ਼ਨ 325 ਮਿਲੀਅਨ ਹੈ, ਕੈਨੇਡਾ ਦੀ 37 ਮਿਲੀਅਨ ਹੈ, ਐਂਡ ਇਟ ਆਲ ਡਿਪੈਂਡਸ ਅਪਰ ਹੈਂਡ ਉਹਨਾਂ ਦਾ ਤਾਂ ਆਪ ਹੀ ਹੋਣਾ। ਹੁਣ ਤੁਸੀਂ ਦੇਖੋ ਜਿਹੜੀ ਇੱਥੇ ਕੈਨੇਡਾ ਦੇ ਵਿੱਚ ਹਰ 6ਵੀਂ ਜੌਬ ਜਿਹੜੀ ਹੈ ਉਹ ਰਿਲੇਟਡ ਟੂ ਆਟੋ ਆ, ਆਟੋ ਪਾਰਟਸ ਆ, ਆਟੋ ਕੋਈ ਕੁਛ ਬਣਾਉਂਦਾ, ਕੋਈ ਇੰਜਨ ਬਣਾਉਂਦਾ, ਕੋਈ ਪਿਸਟਨ ਬਣਾਉਂਦਾ, ਕੋਈ ਆਹ ਬਣਾਉਂਦਾ, ਕੋਈ ਉਹ ਬਣਾਉਂਦਾ, ਉਹ ਤੋਂ ਬਾਅਦ ਫਿਰ ਜਾ ਕੇ ਅਸੈਂਬਲ ਹੁੰਦੀ ਹੈ, ਇੱਥੋਂ ਪਾਰਟ ਬਣ ਕੇ ਅਮਰੀਕਾ ਜਾਂਦਾ, ਅਮਰੀਕਾ 'ਚ ਉੱਥੇ ਫਿੱਟ ਹੋ ਕੇ ਫਿਰ ਇੱਥੇ ਵਾਪਸ ਆਉਂਦਾ, ਇੱਥੋਂ ਫਿਰ ਕਾਰ ਬਣ ਕੇ ਫਿਰ ਵਾਪਸ ਉੱਥੇ ਜਾਂਦੀ ਹੈ। ਇੱਦਾਂ ਇਹਨਾਂ ਦੀ ਇੰਟੀਗ੍ਰੇਟਡ ਇਕੋਨਮੀ ਹੈ ਐਂਡ ਇਟ ਆਲ ਡਿਪੈਂਡਸ। ਮੇਰਾ ਖਿਆਲ ਹੈ ਓਵਰਆਲ ਪੁੱਟ ਦਿਸ ਵੇ ਇਟਸ ਬੈਟਰ ਦੈਨ ਨਥਿੰਗ ਜੀ। ਇਟਸ ਬੈਟਰ ਜੇ ਨੈਫਟਾ ਦਾ ਐਗਰੀਮੈਂਟ ਨਾ ਹੁੰਦਾ ਤਾਂ ਫਿਰ ਅਸੀਂ ਇਹ ਐਕਸਪੈਕਟ ਕੀਤਾ ਜਾਂਦਾ ਸੀ ਕਿ ਕਲੋਜ਼ ਟੂ 700,000 ਜੌਬਸ ਔਨ ਜੈਪਰਡੀ ਹੋਣੀ ਸੀ ਕੈਨੇਡਾ ਵਿੱਚ ਸਪੈਸ਼ਲੀ, ਤੇ ਅਮਰੀਕਾ 'ਚ ਵੀ ਇੰਨਾ ਹੀ ਨੁਕਸਾਨ ਹੋਣਾ ਸੀ। ਸੋ ਇਸੇ ਕਰਕੇ ਆਈ ਥਿੰਕ ਬੋਥ ਸਾਈਡਸ, ਖਾਸ ਤੌਰ 'ਤੇ ਅਮਰੀਕਨ ਪ੍ਰਧਾਨ ਟਰੰਪ, ਉਹਨੂੰ ਫੋਰਸ ਕੀਤਾ ਗਿਆ, ਉਹਦੇ 'ਤੇ ਪ੍ਰੈਸ਼ਰ ਪਾਇਆ ਗਿਆ, ਜਿੱਦਾਂ ਉਹਦੀ ਲੈਂਗੁਏਜ ਸੀ, ਜੋ ਉਹਦਾ ਐਟੀਟਿਊਡ ਸੀ, ਜਿੱਦਾਂ ਉਹ ਡਿਨਾਊਂਸ ਕਰਦਾ ਸੀ। ਉਹਨੇ ਫੋਰਨ ਮਿਨਿਸਟਰ ਕ੍ਰਿਸਟਾ ਫਰੀਲੈਂਡ ਨੂੰ ਮਿਲਣ ਤੋਂ ਵੀ ਨਾ ਕਰ ਦਿੱਤਾ। ਮੈਨੂੰ ਇਹ ਵੀ ਪਤਾ ਲੱਗਿਆ ਵੀ ਜਿੱਦਣ ਉਹਨਾਂ ਨੇ ਫਾਈਨਲ ਡਰਾਫਟ ਉਹਨੂੰ ਟਰੰਪ ਨੂੰ ਦਿੱਤਾ, ਉਹ 'ਤੇ ਜਿਹੜੀ ਫੋਰਨ ਮਿਨਿਸਟਰ ਸੀ ਉਹਨੂੰ ਪਿੱਛੇ ਰੱਖਿਆ,
ਉਹਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਵੀ ਫੋਰਨ ਮਿਨਿਸਟਰ ਵੀ ਇਸ ਡੈਲੀਗੇਸ਼ਨ 'ਚ ਹੈਗੀ ਜਾਂ ਨਹੀਂ। ਜੀ ਸਤਪਾਲ ਜੀ, ਜਿਵੇਂ ਇਹਨਾਂ ਨੇ ਗੱਲ ਕੀਤੀ ਕਿ ਚਾਈਨਾ ਮਾਰਕੀਟ ਵੱਲ ਦੇਖੀਏ, ਜਿਵੇਂ ਕੈਨੇਡਾ ਨੂੰ US ਦੀ ਲੋੜ ਹੈ, ਕੈਨੇਡਾ ਨੂੰ ਬਾਕੀ ਕੰਟਰੀਜ਼ ਨਾਲ ਟ੍ਰੇਡ ਵੀ ਉਨਾ ਹੀ ਇੰਪੋਰਟੈਂਟ ਮੈਟਰ ਕਰਦਾ ਹੈ। ਹੁਣ ਜੇ ਕਲੌਜ਼ 32 ਜਿਵੇਂ ਇੰਟਰੋਡਿਊਸ ਕਰ ਦਿੱਤਾ ਗਿਆ ਹੈ ਕਿ ਜੇ ਕਿਸੇ ਹੋਰ ਕੰਟਰੀ ਨਾਲ ਡੀਲ ਕਰਦੇ ਆ ਤਾਂ US ਉਹਦੇ ਵਿੱਚ ਪਹਿਲਾਂ ਇੰਟਰਵੀਨ ਕਰੇਗਾ, ਤਾਂ US ਨਾਲ ਤਾਂ ਬੇਸ਼ੱਕ ਕੈਨੇਡਾ ਨੂੰ ਫਾਇਦਾ ਹੋ ਰਿਹਾ, ਪਰ ਹੋਰ ਕੰਟਰੀਜ਼ ਤੋਂ ਨੁਕਸਾਨ ਹੋ ਸਕਦਾ। ਦੇਖੋ ਮਿਨਿਸਟਰ ਬੈਂਸ ਜਿਹੜੇ ਕਿ ਇਸ ਡੀਲ ਦੇ ਵਿੱਚ ਜਾਂ ਕਹ ਲਓ ਵੀ ਇਹਨਾਂ ਨੈਗੋਸੀਏਸ਼ਨਸ ਤੇ ਬੜੀ ਨਜ਼ਰ ਰੱਖ ਰਹੇ ਸੀਗੇ, ਖਾਸ ਤੌਰ ਤੇ ਉਹਨਾਂ ਨੇ ਕਿਹਾ ਜੀ ਵੀ ਦੇਖੋ ਸਾਡਾ ਜਿਹੜਾ ਪੂਰੀ ਕੋਸ਼ਿਸ਼ ਹੈ ਵੀ ਅਸੀਂ US ਦੇ ਨਾਲ ਹੋਰ ਮਾਰਕੀਟਸ ਤੇ ਵੀ ਕਨਸੈਂਟਰੇਟ ਕਰੀਏ। ਸੋ ਹੋਰ ਮਾਰਕੀਟਸ ਤੇ ਕਨਸੈਂਟਰੇਟ ਪਿਛਲੇ ਸਮੇਂ ਤੋਂ ਹੋ ਵੀ ਰਿਹਾ, ਆਪਾਂ ਦੇਖ ਰਹੇ ਹਾਂ ਵੀ ਚਾਈਨਾ ਦੇ ਵਿੱਚ ਪ੍ਰਾਈਮ ਮਿਨਿਸਟਰ ਸਾਹਿਬ ਗਏ, ਕੋਈ ਵੱਡੀ ਕਾਮਯਾਬੀ ਨਹੀਂ ਚਲੋ ਮਿਲੀ। ਇੰਡੀਆ ਦੇ ਵਿੱਚ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਕੋਈ ਉੱਥੇ ਵੀ ਕੋਈ ਬਹੁਤੀ ਵੱਡੀ ਕਾਮਯਾਬੀ ਤਾਂ ਨਹੀਂ ਮਿਲੀ, ਭਾਵੇਂ ਕਿ ਉਹ ਕਹਿੰਦੇ ਨੇ ਕਿ ਨਹੀਂ ਜੀ ਜਿਹੜੀਆਂ ਅਨਰਿਲੇਟਡ ਇਸ਼ੂਜ਼ ਸੀਗੇ ਉਹ ਜ਼ਿਆਦਾ ਹਾਈਲਾਈਟ ਹੋ ਗਏ, ਜੋ ਉੱਥੇ ਚੰਗਾ ਕਰਕੇ ਅਸੀਂ ਆਏ ਆ ਉਹਦਾ ਬਹੁਤਾ ਪਤਾ ਨਹੀਂ ਲੱਗਾ। ਸੋ ਲੇਕਿਨ ਕਿ ਇਹ ਆ ਜੀ ਐਫਰਟ ਹੋ ਰਹੀਆਂ ਨੇ, ਪਰ ਇਹ ਡੀਲ ਹਜੇ ਪਹਿਲੀ ਗੱਲ ਤੇ ਇਨਫੋਰਸ ਹੈ ਹੀ ਨਹੀਂ ਹੈ। ਸੋ ਕੈਨੇਡਾ ਦੇ ਵਿੱਚ ਨੈਕਸਟ ਈਅਰ ਜਿਹੜੀ ਇਲੈਕਸ਼ਨ ਹੋਏਗੀ ਤੇ ਹਾਲ ਦੀ ਘੜੀ ਤੇ ਆਪਾਂ ਦੇਖਾਂਗੇ ਕਿ ਨਵੰਬਰ ਦੇ ਅਖੀਰ ਦੇ ਵਿੱਚ ਤਿੰਨੇ ਹੀ ਦੇਸ਼ਾਂ ਦੇ ਲੀਡਰ ਸਾਡੇ ਜਸਟਿਨ ਟਰੂਡੋ ਸਾਹਿਬ, ਡੋਨਲਡ ਟਰੰਪ ਸਾਹਿਬ ਤੇ ਮੈਕਸੀਕੋ ਦੇ ਪ੍ਰੈਜ਼ੀਡੈਂਟ ਇਹ ਮਿਲਣਗੇ ਔਰ ਐਗਰੀਮੈਂਟ ਤੇ ਸਿਗਨੇਚਰ ਹੋਣਗੇ। ਉਸ ਤੋਂ ਬਾਅਦ ਇਹ ਪਾਰਲੀਮੈਂਟਸ ਦੇ ਵਿੱਚ ਅਪਰੂਵਲ ਦੇ ਲਈ ਜਿਹੜਾ ਪ੍ਰੋਸੈਸ ਆ ਉਹ ਸ਼ੁਰੂ ਹੋਏਗਾ। ਸੋ ਉਦੋਂ ਤੱਕ ਸਾਰੇ ਦੇਸ਼ ਆਪਣੀ ਜਗ੍ਹਾ ਤੇ ਫ੍ਰੀ ਨੇ, ਜੇ ਕੋਈ ਉਹ ਨਵੀਂ ਚੀਜ਼ ਨੈਗੋਸ਼ੀਏਟ ਕਰ ਲੈਂਦੇ ਨੇ, ਤੇ ਜੇ ਉਹ ਨਵੀਂ ਕੋਈ ਐਗਰੀਮੈਂਟ ਕਿਸੇ ਦੇਸ਼ ਦੇ ਨਾਲ ਨੈਗੋਸ਼ੀਏਟ ਕਰਕੇ ਉਹਨੂੰ ਇੰਪਲੀਮੈਂਟ ਕਰ ਲੈਂਦੇ ਨੇ, ਉਹ ਫਿਰ ਉਦੋਂ ਉਸ ਨੂੰ ਇੱਕ ਤਰੀਕੇ ਦੇ ਨਾਲ ਫਿਰ ਨਹੀਂ ਡਿਲੀਟ ਕੀਤਾ ਜਾ ਸਕਦਾ ਜਾਂ ਰਿਵਰਸ ਕੀਤਾ ਜਾ ਸਕਦਾ ਜਦੋਂ ਇਹ ਨਵੀਂ ਡੀਲ ਹੈ ਜਿਹੜੀ ਸਾਹਮਣੇ ਆਊਗੀ। ਸੋ ਹਾਲ ਦੀ ਘੜੀ ਜਿਹੜਾ ਪੁਰਾਣਾ ਨੈਫਟਾ ਆਪਾਂ ਦੇਖ ਰਹੇ ਹਾਂ ਵੀ 1994 ਤੋਂ ਇਹ ਹੋਂਦ ਦੇ ਵਿੱਚ ਸੀਗਾ, ਇਹ ਹੀ ਵੈਲਿਡ ਹੈ। ਤੇ ਉਹਦੇ ਤਹਿਤ ਇੱਕ ਇਸ ਨਵੀਂ ਡੀਲ ਦੇ ਵਿੱਚ ਇਹ ਵੀ ਦੇਖਣ ਦੇ ਵਿੱਚ ਗੱਲ ਆਈ ਆ ਵੀ IT ਸੈਕਟਰ ਦੇ ਵਿੱਚ ਖਾਸ ਤੌਰ ਤੇ ਆਪਾਂ ਦੇਖਿਆ ਕਿ ਬਹੁਤ ਸਾਰੇ ਨਵੇਂ ਪ੍ਰੋਫੈਸ਼ਨਸ ਸਾਹਮਣੇ ਆਏ ਆ। ਕੈਨੇਡੀਅਨ ਗਵਰਨਮੈਂਟ ਦੀ ਕੋਸ਼ਿਸ਼ ਸੀਗੀ ਕਿ ਸਾਡੇ ਇੱਥੋਂ ਦੇ ਜਿਹੜੇ ਵਰਕਰਸ ਨੇ ਜਾਂ IT ਦੇ ਵਿੱਚ ਐਕਸਪਰਟਸ ਨੇ ਉਹਨਾਂ ਨੂੰ ਜੌਬਸ ਵਾਸਤੇ ਉੱਥੇ ਵਿਦਆਊਟ ਵਰਕ ਪਰਮਿਟ ਹੈ ਨਾ ਨੈਫਟਾ ਦੇ ਤਹਿਤ, ਜਿਸ ਤਰ੍ਹਾਂ ਆਲਰੇਡੀ ਅੱਗੇ ਇਹ ਸਿਸਟਮ ਹੈਗਾ ਵੀ ਇੱਥੋਂ ਜਿਹੜੀਆਂ ਕਾਰਪੋਰੇਸ਼ਨਸ ਨੇ ਉਹ EMPLOYEES ਨੇ ਜਿਹੜੇ ਉਹ ਐਕਸਚੇਂਜ ਕਰ ਸਕਦੇ ਨੇ, ਵਰਕ ਪਰਮਿਟ ਉਹਨਾਂ ਨੂੰ ਮਿਲ ਜਾਂਦਾ ਹੈ। ਸੋ ਲੇਕਿਨ ਕਿ ਵੀ ਉਹ ਜਿਹੜੀ ਐਕਸੈਸ ਆ US ਨੇ ਦੇਣ ਤੋਂ ਡਿਨਾਈ ਕੀਤਾ। ਸੋ ਬਹੁਤ ਸਾਰੇ ਨਰਸਿੰਗ ਦੇ ਵਿੱਚ ਵੀ ਇਸੇ ਤਰ੍ਹਾਂ ਰੁਪਿੰਦਰ ਜੀ ਪ੍ਰੋਫੈਸ਼ਨਸ ਹੈਗੇ ਆ ਜਿਹਦੇ ਵਿੱਚ ਕਿ US ਨੇ ਹੋਰ ਐਡੀਸ਼ਨਲ ਵਰਕ ਪਰਮਿਟਸ ਜਿਹੜੇ ਆ ਇਸ ਨਵੇਂ ਐਗਰੀਮੈਂਟ ਦੇ ਵਿੱਚ ਦੇਣ ਤੋਂ ਇਨਕਾਰ ਕੀਤਾ। ਸੋ ਇੱਕ ਤਰੀਕੇ ਦੇ ਨਾਲ ਇਹ ਹੈ ਵੀ US ਨੇ ਥੋੜਾ ਜਿਹਾ ਇੰਨੀ ਅੜੀ ਕਰਕੇ ਆਪਣੇ ਵਾਸਤੇ ਵਿਨ ਸਿਚੁਏਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਪਰ ਮੈਨੂੰ ਲੱਗਦਾ ਕਿ ਜਦੋਂ ਤੱਕ ਇਹ ਡੀਲ ਜਿਹੜੀ ਹੈ ਫੋਰਸ ਹੋਊਗੀ ਉਦੋਂ ਤੱਕ ਕੈਨੇਡੀਅਨ ਗਵਰਨਮੈਂਟ ਜਿਹੜੀ ਆ ਫ੍ਰੀ ਹੈ ਆਪਣੀ ਥਰਡ ਵਰਲਡ ਦੇ ਵਿੱਚ ਜਾਂ ਵੇਰ ਕੋਈ ਨਵੀਂ ਮਾਰਕੀਟ ਲੱਭਣ ਲਈ। ਜੀ ਅਸੀਂ ਗੱਲਬਾਤ ਇਸੇ ਤਰ੍ਹਾਂ ਜਾਰੀ ਰੱਖਾਂਗੇ, ਫਿਲਹਾਲ ਲੈਣੇ ਆ ਇੱਕ ਛੋਟਾ ਜਿਹਾ ਬ੍ਰੇਕ। ਬ੍ਰੇਕ ਤੋਂ ਬਾਅਦ ਇਨ ਫੋਕਸ ਵਿੱਚ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ। ਢੀਂਡਸਾ ਜੀ, ਜਿਵੇਂ ਆਪਾਂ ਪੂਰੀ ਇਸ ਡੀਲ ਦੇ ਇੰਪੈਕਟ ਦੀ ਗੱਲ ਕਰ ਰਹੇ ਹਾਂ, ਬੈਂਕ ਆਫ ਕੈਨੇਡਾ ਨੇ ਕੁਝ ਸਮਾਂ ਪਹਿਲਾਂ ਅਨਸਰਟੇਨਿਟੀ ਨੂੰ ਵੇਖਦੇ ਹੋਏ ਇੰਟਰਸਟ ਰੇਟ ਹੋਲਡ ਕਰ ਲਿਆ ਸੀ। ਹੁਣ ਖਬਰਾਂ ਆ ਰਹੀਆਂ ਨੇ ਕਿ ਉਹ ਇੰਟਰਸਟ ਰੇਟ ਵਧਾਇਆ ਜਾ ਸਕਦਾ ਹੈ, ਜਿਸ ਨਾਲ ਆਮ ਇਨਸਾਨ ਨੂੰ ਜਾਂ ਫਿਰ ਕਹੀਏ ਕੈਨੇਡਾ ਦੀ ਇਕਨੋਮੀ ਨੂੰ ਕਾਫੀ ਫਰਕ ਪੈ ਸਕਦਾ ਹੈ। ਬਿਲਕੁਲ ਠੀਕ ਹੈ ਜੀ। ਇਹ ਇਸ ਵੇਲੇ ਅਮਰੀਕਨ ਜਿਹੜੀ ਇਕਨੋਮੀ ਆ ਇਜ਼ ਬੂਮਿੰਗ, ਉਹਨਾਂ ਦਾ 4% ਤੋਂ ਵੀ ਥੱਲੇ ਹੈਗੀ ਅਨਪਲੋਇਮੈਂਟ ਐਂਡ ਗਰੋਥ ਵੀ ਉਹਨਾਂ ਦੀ ਕਾਫੀ ਹੈ ਐਂਡ ਉਹਦਾ ਅਸਰ ਕੈਨੇਡਾ ਦੇ ਉੱਤੇ ਵੀ ਪੈ ਰਿਹਾ, ਕਿਉਂਕਿ ਸਾਡੀ ਜਿਹੜੀ ਮਾਰਕੀਟ ਹੈ 75 ਤੋਂ 80% ਤੱਕ ਸਾਡੀ ਅਮਰੀਕਾ ਦੇ ਨਾਲ ਹੈ। ਜੇ ਅਮਰੀਕਾ ਬੂਮ ਕਰਦਾ ਤੇ ਨਾਲ ਹੀ ਅਸੀਂ ਵੀ ਬੂਮ ਕਰਦੇ, ਅਮਰੀਕਾ ਨੂੰ ਸ਼ੈਕ ਆਉਂਦੀ ਤਾਂ ਸਾਨੂੰ ਉਹਦੇ ਕੋਡ ਹੋ ਜਾਂਦਾ। ਸੋ ਉਹਦਾ ਇਫੈਕਟ ਇੱਥੇ ਵੀ ਹੋ ਰਿਹਾ। ਉਹ ਇਫੈਕਟ ਇੱਦਾਂ ਹੋ ਰਿਹਾ ਕਿ ਇਹ ਜਿਹੜੀ ਕੈਨੇਡਾ ਦੀ ਇਕਨੋਮੀ ਇਜ਼ ਆਲਸੋ ਡੂਇੰਗ ਨਾਟ ਟੂ ਬੈਡ ਜੇ, ਪਰ ਉਹ ਕੰਪੇਅਰ ਟੂ ਅਮਰੀਕਾ ਉਨੀ ਨਹੀਂ ਕਰ ਰਹੀ। ਇੱਥੇ ਵੀ ਅਨਪਲੋਇਮੈਂਟ ਕਾਫੀ ਘਟੀ ਹੈ, ਹਿਸਟੋਰਿਕ ਘਟੀ ਹੈ ਐਂਡ ਇਹ ਡਿਮਾਂਡ ਕੀਤਾ ਜਾ ਰਿਹਾ। ਹੁਣ ਪਿਛਲੇ ਦਿਨੀ ਜਿਹੜੀ ਗਰੋਥ ਹੈ ਉਹ ਉੱਪਰ ਚਲੇ ਗਈ, ਜਿਹੜੀ ਬੈਂਕ ਆਫ ਕੈਨੇਡਾ ਇੰਨੀ ਨਹੀਂ ਸੋਚਦਾ। ਇੱਦਾਂ ਲੱਗਦਾ ਪਈ ਐਂਡ ਆਫ ਅਕਤੂਬਰ ਅਮਰੀਕਾ ਨੇ ਪਿਛਲੇ ਹਫਤੇ ਇੰਟਰਸਟ ਰੇਟ 'ਚ 1/4% ਵਾਧਾ ਕੀਤਾ ਔਰ ਮੈਨੂੰ ਇਹ ਲੱਗਦਾ ਵੀ ਕੈਨੇਡਾ ਵਾਲੇ ਵੀ, ਕਿਉਂਕਿ ਨੈਫਟਾ ਦਾ ਐਗਰੀਮੈਂਟ ਹੁਣ ਹੋ ਗਿਆ, ਕੈਨੇਡੀਅਨ ਇਕਨੋਮੀ ਇਜ਼ ਡੂਇੰਗ ਨਾਟ ਟੂ ਬੈਡ, ਇਜ਼ ਡੂਇੰਗ ਗੁੱਡ ਐਂਡ ਮੇਰਾ ਖਿਆਲ ਹੈ ਇੱਥੇ ਵੀ ਇੰਟਰਸਟ ਰੇਟ ਅਪ ਜਾਊ, ਪਰ ਹੈਸੀਟੇਸ਼ਨ ਇਜ਼ ਦੇਅਰ ਕਿਉਂਕਿ ਇੱਥੇ ਜਿਹੜੀ ਕੈਨੇਡਾ ਦੇ ਸਿਰ ਹੈ ਇਸ ਵੇਲੇ ਫੈਡਰਲ ਗਵਰਨਮੈਂਟ ਦੇ ਸਿਰ 1.4 ਟ੍ਰਿਲੀਅਨ ਡੈਟ ਆ। ਮੈਂ ਡੈਫਿਸਿਟ ਦੀ ਨਹੀਂ ਗੱਲ ਕਰ ਰਿਹਾ, ਡੈਟ ਐਂਡ ਓਨਟਾਰੀਓ ਸਰ $310 ਬਿਲੀਅਨ ਡੈਟ ਹੈ ਐਂਡ ਜਿਹੜੇ ਕੰਜ਼ਿਊਮਰਸ ਹੈ ਜਿਹੜੇ ਤੁਸੀਂ ਅਸੀਂ ਆ ਸਾਡੇ ਸਰ 1.70 ਐਂਡ $1 ਜੇ ਤੁਸੀਂ ਕਮਾਉਂਦੇ ਸਾਡੇ ਤੁਸੀਂ 170 ਪੇ ਕਰਦੇ ਹੋ। ਸੋ ਇਹਨਾਂ ਸਰਕਮਸਟੈਂਸਸ ਦੇ ਵਿੱਚ ਕੈਨੇਡੀਅਨ ਇਕਨੋਮੀ ਕਿੰਨਾ ਕੁ ਵਧੀਆ ਕਰ ਸਕੂ ਜੇ ਇੰਟਰਸਟ ਰੇਟ ਅਪ ਗਿਆ, ਦੈਟਸ $1 ਮਿਲੀਅਨ ਕੁਐਸਚਨ।
ਜੀ ਸਤਪਾਲ ਜੀ, ਬੈਂਕ ਆਫ ਕੈਨੇਡਾ ਦੀ ਇੰਟਰਸਟ ਰੇਟ ਦੀ ਜਿਵੇਂ ਆਪਾਂ ਗੱਲ ਕਰ ਰਹੇ ਹਾਂ, ਇੱਕ ਆਮ ਇਨਸਾਨ ਆਪਣੇ ਤੇ ਸੋਚ ਕੇ ਵੇਖਦਾ ਹੈ ਕਿ ਜੇ ਇਸ ਤਰ੍ਹਾਂ ਦੀ ਡੀਲ ਕੋਈ ਫਾਰਮ ਚਾਹੁੰਦੀ ਹੈ ਤਾਂ ਉਹਦੇ ਤੇ ਕੀ ਫਰਕ ਪੈ ਸਕਦਾ ਹੈ। ਹੁਣ ਜਦੋਂ ਬੈਂਕ ਆਫ ਕੈਨੇਡਾ ਜੇ ਇੰਟਰਸਟ ਰੇਟ ਵਧਾਉਂਦਾ ਹੈ, ਜਿਸ ਦੀ ਪਹਿਲਾਂ ਗੱਲ ਕਹੀ ਜਾ ਰਹੀ ਸੀ, ਤਾਂ ਇੱਕ ਆਮ ਇਨਸਾਨ ਨੂੰ ਕਾਫੀ ਫਰਕ ਪੈਣ ਵਾਲਾ ਹੈ, ਭਾਵੇਂ ਲਾਈਨ ਆਫ ਕ੍ਰੈਡਿਟ ਦੀ ਗੱਲ ਹੋਏ ਜਾਂ ਹੋਰ ਲੋਨ ਦੀ ਗੱਲ ਹੋਏ, ਤਾਂ ਉਹਦੇ 'ਚ ਇੰਪੈਕਟ ਪਏਗਾ। ਬਿਲਕੁਲ ਜੀ, ਦੇਖੋ ਆਲਰੇਡੀ ਬੈਂਕ ਆਫ ਕੈਨੇਡਾ ਨੇ ਜਿੰਨਾ ਇੰਟਰਸਟ ਰੇਟ ਇਸ ਸਾਲ ਦੇ ਵਿੱਚ ਵਧਾਇਆ, ਉਹਦੇ ਨਾਲ ਹਰ ਸੈਕਟਰ ਨੂੰ, ਖਾਸ ਤੌਰ ਤੇ ਰੀਅਲ ਸਟੇਟ ਨੂੰ ਦੇਖ ਲਓ ਤੁਸੀਂ, ਹੈ ਨਾ, ਲਾਈਨ ਆਫ ਕ੍ਰੈਡਿਟ ਦੀ ਤੁਸੀਂ ਗੱਲ ਕੀਤੀ ਹੈ। ਸੋ ਜਿੰਨਾ ਵੀ ਇੱਥੇ ਤੁਹਾਨੂੰ ਪਤਾ ਵੀ ਬੈਂਕਾਂ ਦੀ ਸਪੋਰਟ ਦੇ ਨਾਲ ਹੀ ਸਾਰੇ ਬਿਜ਼ਨਸ ਰਨ ਕਰਦੇ ਨੇ, ਬੈਂਕਾਂ ਦੀ ਸਪੋਰਟ ਦੇ ਨਾਲ ਹੀ ਅਦਰਵਾਈਜ਼ ਜਿਹੜੇ ਪ੍ਰਾਪਰਟੀਜ਼ ਨੇ ਉਹ ਮੌਰਗੇਜ ਹੁੰਦੀ ਹੈ। ਸੋ ਇਹ ਕਾਫੀ ਇੰਪੈਕਟ ਜਿਹੜਾ ਜੀ ਵੀ ਬਹੁਤ ਸਾਰੀਆਂ ਇੰਡਸਟਰੀਜ਼ ਦੇ ਵਿੱਚ ਮਹਿਸੂਸ ਕੀਤਾ ਜਾਂਦਾ, ਜਿਸ ਕਰਕੇ ਲੱਗਦਾ ਵੀ ਇਹ ਹੈ ਵੀ ਜਿਹੜਾ ਇਸ ਵਾਰੀ ਹੁਣ ਇੰਟਰਸਟ ਰੇਟ ਨਹੀਂ ਅਪ ਕੀਤਾ ਗਿਆ, ਥੋੜਾ ਜਿਹਾ ਫੂਕ ਕੇ ਕਦਮ ਰੱਖਣ ਦੀ ਕੋਸ਼ਿਸ਼ ਹੈ। ਸੋ ਲੱਗ ਵੀ ਰਿਹਾ ਕਿ ਹਾਲ ਦੀ ਘੜੀ ਸ਼ਾਇਦ ਇਸ ਸਾਲ ਅਜਿਹਾ ਹੋਰ ਕੀਤਾ ਨਾ ਜਾ ਸਕੇ, ਪਰ ਜੇ ਯੂਐਸ ਦੇ ਵਿੱਚ ਇੰਟਰਸਟ ਰੇਟ ਅਪ ਜਾਂਦਾ ਤੇ ਕਿਤੇ ਨਾ ਕਿਤੇ ਫਿਰ ਬੈਂਕ ਆਫ ਕੈਨੇਡਾ ਨੂੰ ਵੀ ਕੋਪ ਕਰਨ ਦੇ ਲਈ ਕੋਈ ਨਾ ਕੋਈ ਬਹਾਨਾ ਬਣਾ ਕੇ ਇਹਨਾਂ ਨੂੰ ਵੀ ਇੰਟਰਸਟ ਰੇਟ ਜਿਹੜਾ ਫਿਰ ਉਹ ਅਪ ਕਰਦੇ ਨੇ। ਸੋ ਜੇ ਲੱਗਦਾ ਹੈ ਵੀ ਜੇ ਯੂਐਸ ਦੇ ਵਿੱਚ ਇੰਟਰਸਟ ਰੇਟ ਜਿਹੜਾ ਸਟੇਬਲ ਰਹਿੰਦਾ ਤੇ ਇਸੇ ਤਰੀਕੇ ਦੇ ਨਾਲ ਬੈਂਕ ਆਫ ਕੈਨੇਡਾ ਵੀ ਮੇਨਟੇਨ ਕਰਕੇ ਰੱਖੇਗੀ, ਵਿਚ ਇਜ਼ ਗੁੱਡ ਫॉर ਆਵਰ ਬਿਜ਼ਨਸ। ਜੀ, ਤੇ ਡਰੱਗਸ ਤੇ ਵੀ ਦੇਖਿਆ ਜਾ ਰਿਹਾ ਹੈ ਕਿ ਉਹਨਾਂ ਦੇ ਜਿਵੇਂ ਫਾਰਮਾਸਿਊਟੀਕਲ ਜਿਹੜੀ ਇੱਕ ਸੈਕਟਰ ਹੈਗਾ, ਉਹਦੇ ਤੇ ਇੰਪੈਕਟ ਪਏਗਾ, ਡਰੱਗਸ ਦੇ ਰੇਟ ਵਧਣਗੇ। ਬਿਲਕੁਲ, ਦੇਖੋ ਜੋ ਡਰੱਗਸ ਦਾ ਰੇਟ ਕਿਉਂ ਵਧਣਗੇ ਉਹਦਾ ਰੀਜ਼ਨ ਰੁਪਿੰਦਰ ਜੀ ਇਹ ਹੈ ਵੀ ਬੜਾ ਇੰਪੋਰਟੈਂਟ ਇਸ਼ੂ ਆ। ਤੁਹਾਨੂੰ ਪਤਾ ਕੋਈ ਸਾਡੀ ਜਿਹੜੀ ਪਾਪੂਲੇਸ਼ਨ ਆ ਏਜਿੰਗ ਵੱਧ ਰਹੀ ਹੈ, ਉਹਨਾਂ ਦੀ ਨਾ ਜਿਹੜੀ ਸੀਨੀਅਰਸ ਦੀ ਗਿਣਤੀ ਵੱਧ ਰਹੀ ਹੈ। ਸੀਨੀਅਰਸ ਦੀ ਗਿਣਤੀ ਦਾ ਵਧਣ ਦਾ ਮਤਲਬ ਹੈ ਵੀ ਸਿੱਖ ਲੋਕਾਂ ਦੀ, ਬਿਮਾਰ ਲੋਕਾਂ ਦੀ ਵੀ ਗਿਣਤੀ ਵੱਧ ਰਹੀ ਹੈ। ਬਿਮਾਰ ਲੋਕਾਂ ਦੀ ਗਿਣਤੀ ਵੱਧ ਰਹੀ ਹੈ ਤੇ ਡਰੱਗਸ ਦੀ ਡਿਮਾਂਡ ਵੱਧ ਰਹੀ ਹੈ। ਡਰੱਗਸ ਦੀ ਡਿਮਾਂਡ ਵੱਧ ਰਹੀ ਹੈ ਤੇ ਨੈਚੁਰਲੀ ਫਿਰ ਡਰੱਗਸ ਦੀ ਸਪਲਾਈ ਦੀ ਲੋੜ ਹੈ। ਹੁਣ ਯੂਐਸ ਕੀ ਚਾਹੁੰਦਾ ਹੈ ਕਿ ਵੀ ਜਿਹੜੀਆਂ ਉਹਨਾਂ ਦੇ ਉੱਥੇ ਡਰੱਗ ਜਿਹੜੀ ਪ੍ਰੋਡਿਊਸ ਹੁੰਦੀ ਆ, ਹੈ ਨਾ, ਵੀ ਉਸ ਦੇ ਬਦਲੇ ਜਿਹੜੀ ਜੈਨਰਿਕ ਡਰੱਗ ਬਣ ਸਕਦੀ ਆ, ਵੀ ਜਿਹੜੀ ਸੇਮ ਸਾਲਟਸ ਦੇ ਨਾਲ ਹੋਰ ਬ੍ਰਾਂਡ ਤੇ ਡਰੱਗ ਤੁਸੀਂ ਸਸਤੀ ਪ੍ਰੋਡਿਊਸ ਕਰਕੇ ਮਾਰਕੀਟ ਵਿੱਚ ਲਿਆ ਸਕਦੇ ਹੋ, ਉਹਦੀ ਜਿਹੜੀ ਆ ਲਿਮਿਟੇਸ਼ਨ ਪੀਰੀਅਡ ਆ ਉਹ ਵਧਾ ਦਿੱਤਾ ਗਿਆ, ਹੈ ਨਾ, 2 ਸਾਲ ਅਪ ਕਰ ਦਿੱਤਾ ਗਿਆ। ਪਹਿਲਾਂ ਹੁਣ ਤੱਕ ਸ਼ਾਇਦ 8 ਸਾਲ ਸੀਗਾ, ਉਸ ਨੂੰ 10 ਸਾਲ ਕਰ ਦਿੱਤਾ ਗਿਆ। ਸੋ ਹੁਣ ਕੋਈ ਨਵੀਂ ਜਿਹੜੀ ਡਰੱਗ ਫਰਜ਼ ਕਰੋ ਜੇ ਮਾਰਕੀਟ ਵਿੱਚ ਆਉਂਦੀ ਹੈ ਤੇ ਉਹ 10 ਸਾਲ ਤੱਕ ਓਰੀਜਨਲ ਬ੍ਰਾਂਡ ਦੀ ਹੀ ਵਿਕ ਸਕੇਗੀ। ਸੋ ਮਾਰਕੀਟ ਦੇ ਵਿੱਚ ਕੰਪੀਟੀਸ਼ਨ ਨਾ ਹੋਣ ਕਰਕੇ ਫਿਰ ਉਹ ਮਨਮਰਜ਼ੀ ਦੀ ਪ੍ਰਾਈਸ ਵੀ ਡਿਟਰਮਿਨ ਕਰ ਸਕਦੇ ਆ, ਤੇ ਦੂਸਰੇ ਪਾਸੇ ਡਿਮਾਂਡ ਵਧਣ ਕਰਕੇ ਫਿਰ ਲੋਕਾਂ ਨੂੰ ਪ੍ਰਾਈਸ ਦੇਣ ਦੇ ਲਈ ਮਜਬੂਰ ਹੋਣਾ ਪੈ ਸਕਦਾ। ਸੋ ਜਿਸ ਕਰਕੇ ਲੱਗਦਾ ਕਿ ਜਿਹੜੀਆਂ ਇਹ ਡਰੱਗਸ ਨੇ, ਜੇ ਉਹ ਜੈਨਰਿਕ ਜਾਂ ਉਹਨਾਂ ਨੂੰ ਕਾਪੀ ਨਹੀਂ ਕੀਤਾ ਜਾ ਸਕਦਾ ਤੇ ਨੈਚੁਰਲੀ ਉਹਨਾਂ ਦੀ ਪ੍ਰਾਈਸ ਵਧੇਗੀ। ਜੀ ਢੀਂਡਸਾ ਜੀ, ਬੇਸ਼ੱਕ ਹੁਣ ਆਨਲਾਈਨ ਸ਼ਾਪਿੰਗ ਲੋਕ ਜ਼ਿਆਦਾ ਕਰ ਸਕਦੇ ਆ, ਉਹਦੇ ਵਿੱਚ ਉਹਨਾਂ ਨੂੰ ਥੋੜੀ ਸਹੂਲਤ ਦਿੱਤੀ ਗਈ ਹੈ, ਪਰ ਓਵਰਆਲ ਡੀਲ ਨੂੰ ਵੇਖਦੇ ਹੋਏ, ਜਿਵੇਂ ਤੁਸੀਂ ਕਿਹਾ ਕਿ ਕੈਨੇਡਾ ਨੇ ਇਟਸ ਬੈਟਰ ਦੈਨ ਹੈਵਿੰਗ ਨਥਿੰਗ, ਕਿ ਕੁਝ ਤਾਂ ਇਹਨਾਂ ਨੇ ਆਪਣੇ ਵੱਲ ਕੀਤਾ, ਪਰ ਓਵਰਆਲ ਡੀਲ ਨੂੰ ਵੇਖਦੇ ਹੋਏ ਅਖੀਰ 'ਚ ਤੁਸੀਂ ਕੀ ਕਹਿਣਾ ਚਾਹੋਗੇ? ਮੇਰਾ ਖਿਆਲ ਹੈ ਇਹਨੂੰ ਵੈਲਕਮ ਕੀਤਾ ਜੀ, ਓਨਟਾਰੀਓ ਪ੍ਰੀਮੀਅਰ ਨੇ ਵੈਲਕਮ ਕੀਤਾ। ਐਂਡ ਮੋਸਟ ਆਫ ਦੀ ਦੇਖੋ ਡੀਲ ਉੱਦਾਂ ਹੀ ਨਹੀਂ ਹੋਈ। ਡੀਲ ਜਿਹੜੀ ਆ 75 ਸੀ ਡੈਲੀਗੇਸ਼ਨ, ਜਿਹੜੇ ਇਸ ਡੈਲੀਗੇਸ਼ਨ ਸੀ 75 ਲੋਕੀ ਸੀ ਔਰ ਵੱਖਰੀ ਪਾਰਟੀਆਂ ਦੇ ਸੀ। ਮਿਸਟਰ ਯੂਸਫ ਹੁਸੈਨ ਜਿਹੜਾ CLC ਦਾ ਮੈਂਬਰ ਸੀ ਉਹ ਵੀ ਇਹਦੇ ਵਿੱਚ ਸੀ, ਐਂਡ ਹੋਰ ਬਹੁਤ ਸਾਰੇ। ਫਿਰ ਇਹਨਾਂ ਨੇ ਸਾਰੇ ਕੈਨੇਡਾ ਦੇ ਪ੍ਰੀਮੀਅਰਸ ਨੂੰ ਵੀ ਡਿਸਕਸ ਕੀਤਾ, ਅਪੋਜੀਸ਼ਨ ਪਾਰਟੀਆਂ ਨੂੰ ਵੀ ਡਿਸਕਸ ਕੀਤਾ। ਇੱਕ ਮੈਨੂੰ ਲੱਗਦਾ ਸ਼ਾਇਦ NDP ਦਾ ਤਾਂ ਲੀਡਰ ਹਾਲੇ ਤੱਕ ਪਾਰਲੀਮੈਂਟ 'ਚ ਪਹੁੰਚਿਆ ਹੀ ਨਹੀਂ, ਉਹਨਾਂ ਦੀ ਕੋਈ ਬਾਹਲੀ ਨਹੀਂ ਲੱਗਦਾ ਇਨਪੁਟ, ਪਰ ਕੰਜ਼ਰਵੇਟਿਵ ਪਾਰਟੀ ਦੀ ਵੀ ਸਹਿਮਤੀ ਇਹਦੇ ਵਿੱਚ ਹੋਈ ਆ। ਓਵਰਆਲ ਅਸੀਂ ਇਹ ਕਹਿ ਸਕਦੇ ਹਾਂ ਵੀ ਇਟਸ ਬੈਟਰ ਡੀਲ। ਜੀ ਬਿਲਕੁਲ, ਅਨਸਰਟੇਨਿਟੀ ਹਟ ਚੁੱਕੀ ਹੈ, ਇੱਕ ਖਟਾਸ ਜਿਹੜੀ ਪੈਦਾ ਹੁੰਦੀ ਜਾ ਰਹੀ ਸੀ US ਕੈਨੇਡਾ ਦੇ ਵਿਚਕਾਰ, ਉਹ ਦੂਰ ਹੋ ਚੁੱਕੀ ਹੈ। ਥੈਂਕ ਯੂ ਸੋ ਮਚ, ਤੁਸੀਂ ਸਾਡੇ ਸਟੂਡੀਓ ਵਿੱਚ ਆਏ ਤੇ ਇਸ ਸੰਬੰਧੀ ਗੱਲਬਾਤ ਕੀਤੀ। ਥੈਂਕ ਯੂ। ਸੋ ਐਸੀ ਖਾਸ ਗੱਲਬਾਤ ਯੂਨਾਈਟਿਡ ਸਟੇਟ ਮੈਕਸੀਕੋ ਕੈਨੇਡਾ ਐਗਰੀਮੈਂਟ ਬਾਰੇ। ਫਿਲਹਾਲ ਸਾਨੂੰ ਦਿਓ ਇਜਾਜ਼ਤ, ਅਗਲੇ ਹਫਤੇ ਫਿਰ ਤੋਂ ਹੋਵੇਗੀ ਮੁਲਾਕਾਤ ਇੱਕ ਨਵੇਂ ਮੁੱਦੇ ਦੇ ਨਾਲ, ਕੁਝ ਨਵੇਂ ਮਹਿਮਾਨਾਂ ਦੇ ਨਾਲ। ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।